तू अंतर जामी पुरख भगवान। दासन दास कहै जन नानक। जेहा तू कराए तेहा हौं करी बख्यान। सतनाम श्री वाहिगुरु साहिब जी। तनासरी महला नौवां। अब मैं कौन उपाय करूं। जेह बिद मन को संसा चूकै। भौ निद पार परों। रहाओ जन्म पाए कछ भलो न कीनो। ताते अधिक डरों। मन बच क्रम हर गुण नहीं गाए। यह जी सोच तरों। गुरमत सुन कछ ज्ञान न उपजियो। पस ज्यों उदर परों। कहो नानक प्रभ बिरद पछानो। तब हों पतित तरों। कहो नानक प्रभ बिरद पछानो। तब हों पतित तरों। धन गुरु गरीब निवाज सतगुरु श्री गुरु ग्रंथ साहिब सच्चे पातशाह जी की पावन पवित्र हजूरी अंदर जुड़ बैठी गुरु प्यार वाली साध संगत। अपार दया दृष्टि सतगुरां ने कीती है। जो आप जी सतसंग दीयां घड़ियां दा आनंद माण रहे हो। धन सतगुरु श्री गुरु तेग बहादुर सच्चे पातशाह जी की बाणी का निरंतर प्रवाह चल रहा है। पिछले दिनों तो आप जी सतगुरां दे शब्दां की व्याख्या सरवण कर रहे हो। हुणे आप जी ने तरासरी राग अंदरला सतगुरां दा चौथा ते अखीरला शब्द सरवण किया है। सतगुरां ने बड़ियां रहमतां बख्शिशां पावन शब्द के अंदर कीतियां ने। जिथे आप जी शरीर करके जुड़े हो। मन की एकाग्रता वास्ते गुरबख्शी फतेह नाल सांझ पाइए। आखो जी वाहिगुरु जी का खालसा वाहिगुरु जी की फतेह। साध संगत अज जो पावन शब्द का विषा है वो मनुख के एक सहम के नाल एक डर के नाल संबंध रखता है। मनुख जीवन दे विच कई तरह के डरां का सामना करता है। कई तरह के सहम उहदे मन च हुंदे आ। ते सारियां डरां तो सब तो वड्डा डर मनुख नूं मौत का डर है। ते विग्यान ये गल कहिंदी है कि जदों बच्चा जन्म लैंदा है तो उन्होंने सिर्फ दो डर हुंदे आ। एक डर हुंदा है तेज आवाज़ का ते दूसरा डर उहदे मन विच हुंदा है डिग्गण का।
ਹੇਠਾਂ ਡਿੱਗਣ ਦਾ। ਇਹ ਦੋ ਡਰ ਸਿਰਫ ਛੋਟੇ ਬੱਚੇ ਨੂੰ ਹੁੰਦੇ ਆ, ਬਾਕੀ ਦੇ ਡਰ ਉਹਨੂੰ ਸੰਸਾਰ 'ਚ ਆਣ ਕੇ ਪਤਾ ਲੱਗਦੇ ਕਿਹੜੇ ਕਿਹੜੇ ਡਰ ਆ। ਅਤੇ ਜਦੋਂ ਮਨੁੱਖ ਸੰਸਾਰ 'ਚ ਆਉਂਦਾ ਹੈ ਫਿਰ ਉਹਨੂੰ ਸਭ ਤੋਂ ਵੱਡਾ ਡਰ ਜਿਹੜਾ ਵਿਆਪਦਾ ਹੈ ਉਹ ਹੈ ਮੌਤ ਦਾ ਡਰ। ਅਤੇ ਜਦੋਂ ਮੌਤ ਦਾ ਡਰ ਵਿਆਪਦਾ ਹੈ ਫਿਰ ਉਹਨੂੰ ਲੱਗਦਾ ਹੈ ਕਿ ਹੁਣ ਕੀਤਾ ਕੀ ਜਾਵੇ, ਕਿਸ ਪਾਸੇ ਭੱਜਿਆ ਜਾਵੇ। ਅਤੇ ਜਿਹੜੇ ਸਾਧ ਸੰਗਤ ਵਿਕਾਰੀ ਮਨੁੱਖ ਹੁੰਦੇ ਆ ਉਹ ਇਹ ਗੱਲ ਸੋਚਦੇ ਆ ਕਿ ਚਲੇ ਤਾਂ ਜਾਣਾ ਹੀ ਆ, ਅਤੇ ਕਿਉਂ ਨਾ ਵਿਕਾਰ ਕਮਾ ਲਏ ਜਾਣ, ਮਰਨਾ ਤਾਂ ਹੈਗਾ ਹੀ ਆ, ਐਸ਼ ਕਰ ਲਈ ਜਾਵੇ। ਉਹਨਾਂ ਦੇ ਮਨ 'ਚ ਇਹ ਗੱਲ ਹੁੰਦੀ ਆ। ਪਰ ਜਿਹੜੇ ਗੁਰਮੁਖ ਹੁੰਦੇ ਆ, ਜਿਹੜੇ ਸਤ ਸੰਗਤ ਕਰਨ ਵਾਲੇ ਹੁੰਦੇ ਆ, ਪਤਾ ਉਹਨਾਂ ਨੂੰ ਵੀ ਹੁੰਦਾ ਕਿ ਚਲੇ ਜਾਣਾ ਹੈ, ਪਰ ਉਹ ਕੀ ਕਰਦੇ, ਉਹ ਸਤ ਸੰਗਤ ਕਰਦੇ, ਵੱਧ ਤੋਂ ਵੱਧ ਬਾਣੀ ਪੜ੍ਹਨੀ ਸ਼ੁਰੂ ਕਰ ਦਿੰਦੇ ਆ, ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਕਿ ਚਲੇ ਜਾਣਾ ਹੈ ਅਤੇ ਜਾਣ ਤੋਂ ਪਹਿਲਾਂ ਜੀਵਨ ਦੇ ਅੰਦਰ ਕੁਛ ਕਮਾ ਲਿਆ ਜਾਵੇ, ਜੀਵਨ ਨੂੰ ਇੱਕ ਚੰਗੀ ਸੇਧ ਜਿਹੜੀ ਉਹ ਦੇ ਦਿੱਤੀ ਜਾਵੇ, ਜੀਵਨ ਦੇ ਵਿੱਚ ਬੰਦਗੀ ਜਿਹੜੀ ਉਹ ਧਾਰਨ ਕਰ ਲਈ ਜਾਵੇ। ਉਹ ਇਸ ਤਰ੍ਹਾਂ ਕਰਦੇ ਆ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਦੋਂ ਪਾਂਧੇ ਨੂੰ ਉਪਦੇਸ਼ ਦਿੱਤਾ ਹੈ ਨਾ, ਜਿਨ੍ਹਾਂ ਦੇ ਕੋਲ ਸਤਿਗੁਰੂ ਪੜ੍ਹਨ ਵਾਸਤੇ ਗਏ ਸੀ ਬਚਪਨ 'ਚ, ਅਤੇ ਪਾਂਧੇ ਨੇ ਇੱਕ ਸਵਾਲ ਸਤਿਗੁਰਾਂ ਦੇ ਅੱਗੇ ਰੱਖਿਆ ਸੀ, ਮਹਾਰਾਜ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮੈਨੂੰ ਇਹ ਦੱਸੋ ਕਿ ਜੇ ਮਨੁੱਖ ਨੇ ਇੱਥੇ ਆ ਕੇ ਨਾਮ ਜਪਣਾ ਹੈ ਅਤੇ ਨਹੀਂ ਜਪਦਾ, ਅਤੇ ਮਹਾਰਾਜ ਪਰਮੇਸ਼ਰ ਉਹਨਾਂ ਨੂੰ ਕਿਉਂ ਨਹੀਂ ਡਰਾਉਂਦਾ? ਪਰਮੇਸ਼ਰ ਨੂੰ ਚਾਹੀਦਾ ਉਹਨਾਂ ਨੂੰ ਡਰਾਵੇ ਅਤੇ ਉਹ ਨਾਮ ਜਪਣ। ਅਤੇ ਸਤਿਗੁਰਾਂ ਨੇ ਉੱਤਰ ਦਿੱਤਾ ਸੀ, ਮਹਾਰਾਜ ਕਹਿੰਦੇ ਭਉ ਤੇਰੇ ਡਰ ਅਗਲਾ, ਖੱਪ ਖੱਪ ਛੀਜੈ ਦੇ, ਨਾਮ ਜਿੰਨਾ ਸੁਲਤਾਨ ਖਾਨ, ਹੁੰਦੇ ਡਿੱਠੇ ਖੇ, ਨਾਨਕ ਉੱਠੀ ਚੱਲਿਆ, ਸਭ ਕੂੜੇ ਟੁੱਟੇ ਨਹੀਂ। ਮਹਾਰਾਜ ਕਹਿੰਦੇ ਆ ਪਾਂਧਾ ਜੀ ਅਸਲ 'ਚ ਕੀ ਹੈ ਕਿ ਡਰ ਸਾਰਿਆਂ ਨੂੰ ਹੁੰਦਾ ਹੈ, ਸਰੀਰ ਦੇ ਚਲੇ ਜਾਣ ਦਾ ਡਰ ਸਭ ਨੂੰ ਹੁੰਦਾ ਹੈ, ਪਰ ਵਿਕਾਰੀ ਮਨੁੱਖ ਦਾ ਡਰ ਖਤਮ ਹੋ ਜਾਂਦਾ ਹੈ। ਉਹ ਕਹਿੰਦਾ ਕਿ ਚਲੇ ਜਾਣਾ ਹੈ, ਚਲੋ ਵਿਕਾਰ ਕਮਾਉਣੇ ਆ, ਅਤੇ ਇਹ ਨਹੀਂ ਉਹਨੂੰ ਪਤਾ ਕਿ ਛਿਣ ਛਿਣ ਕਰਕੇ ਉਹਦੀ ਆਰਜਾ, ਛਿਣ ਛਿਣ ਕਰਕੇ ਉਹਦਾ ਸਰੀਰ ਖਤਮ ਹੋ ਰਿਹਾ, ਅਤੇ ਜਦੋਂ ਸਰੀਰ ਖਤਮ ਹੋਇਆ ਉਦੋਂ ਰਸ ਕਸ ਪਦਾਰਥ ਸਾਰੇ ਇੱਥੇ ਰਹਿ ਜਾਣੇ, ਸਾਰਾ ਕੁਛ ਇੱਥੇ ਰਹਿ ਜਾਣਾ। ਇਸ ਕਰਕੇ ਉਹ ਨਾਮ ਜਪਦੇ ਨਹੀਂ, ਵਿਕਾਰਾਂ 'ਚ ਹੋਰ ਖਚਿਤ ਹੋ ਜਾਂਦੇ ਆ। ਅਤੇ ਜਿਨ੍ਹਾਂ ਦੇ ਵੱਡੇ ਵੱਡੇ ਨਾਵਾਂ ਦੇ ਨਾਲ ਸੁਲਤਾਨ ਲੱਗਦਾ, ਖਾਨ ਲੱਗਦਾ, ਬਹੁਤ ਵੱਡੇ ਆਪਣੇ ਆਪ ਨੂੰ ਕਹਾਉਂਦੇ ਆ, ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਮੈਂ ਆਪਣੀਆਂ ਅੱਖਾਂ ਨਾਲ ਦੇਖੇ, ਉਹ ਮਿੱਟੀ ਦੇ ਵਿੱਚ ਰੁਲ ਜਾਂਦੇ ਆ, ਮਿੱਟੀ ਦੇ ਵਿੱਚ ਰੁਲ ਜਾਂਦੇ, ਭਾਵ ਅਖੀਰ ਨੂੰ ਕਬਰਾਂ 'ਚ ਲੇਟ ਜਾਂਦੇ ਜਾਂ ਸਵਾਹ ਹੋ ਜਾਂਦੇ, ਅੱਗ ਲਾ ਦਿੱਤੀ ਜਾਂਦੀ। ਜਿਹੜੇ ਆਪਣੇ ਆਪ ਨੂੰ ਬੜੇ ਵੱਡੇ ਧਨਾੜ, ਆਪਣੇ ਆਪ ਨੂੰ ਜਿਹੜੇ ਸੁਲਤਾਨ ਕਹਿੰਦੇ ਆ, ਨਾਨਕ ਉੱਠੀ ਚੱਲਿਆ, ਸਭ ਕੂੜੈ ਟੁੱਟੈ ਨਹੀਂ। ਅਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਸਮਝਾਉਂਦਿਆਂ ਕਿਹਾ ਸੀ, ਸਤਿਗੁਰਾਂ ਨੇ ਕਿਹਾ ਕਿ ਜਦੋਂ ਮਨੁੱਖ ਸੰਸਾਰ ਤੋਂ ਜਾਂਦਾ ਹੈ ਅਤੇ ਜਿਹੜੀਆਂ ਵਸਤੂਆਂ ਦੇ ਨਾਲ ਉਹਨੇ ਪਿਆਰ ਪਾਇਆ ਹੁੰਦਾ ਹੈ, ਜਿਨ੍ਹਾਂ ਵਸਤੂਆਂ ਦੇ ਨਾਲ ਉਹਨੇ ਮੋਹ ਪਾਇਆ ਹੁੰਦਾ ਹੈ, ਉਹ ਸਾਰੀਆਂ ਇੱਥੇ ਦੀਆਂ ਧਰੀਆਂ ਧਰਾਈਆਂ ਰਹਿ ਜਾਂਦੀਆਂ ਅਤੇ ਮਨੁੱਖ ਨੂੰ ਜਾਣਾ ਪੈਂਦਾ। ਪਾਂਧਾ ਜੀ ਡਰ ਉਹਨਾਂ ਨੂੰ ਲੱਗਦਾ ਹੈ, ਪਰ ਉਹ ਡਰ ਨੂੰ ਛੁਪਾ ਲੈਂਦੇ ਆ। ਉਹ ਕਹਿੰਦੇ ਆ ਵੀ ਅਸੀਂ ਤਾਂ ਇੱਥੇ ਆਨੰਦ ਲੈਣ ਆਏ ਹਾਂ, ਪਰ ਜਿਹੜੇ ਗੁਰਮੁਖ ਹੁੰਦੇ ਆ ਉਹ ਉਸ ਡਰ ਦੀ ਵੀ ਸੁਚੱਜੀ ਵਰਤੋਂ ਕਰਦੇ ਆ। ਉਹਨਾਂ ਨੂੰ ਪਤਾ ਹੈ ਕਿ ਡਰ ਜਿਹੜਾ ਹੈ ਨਾ, ਉਹ ਇੱਕ ਹੋਰ ਤਰ੍ਹਾਂ ਦਾ ਡਰ ਉਹਨਾਂ ਦੇ ਅੰਦਰ ਆ ਜਾਂਦਾ। ਗੁਰੂ ਨਾਨਕ ਸਾਹਿਬ ਨੇ ਕਿਹਾ ਨਾ, ਘਰ ਡਰ ਘਰ, ਘਰ ਡਰ 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 ਜਾਏ, ਸੋ ਡਰ ਕਿਹਾ ਜਿਤ ਡਰ ਡਰ ਪਾਏ। ਸਤਿਗੁਰਾਂ ਨੇ ਕਿਹਾ, ਗੁਰੂ ਨਾਨਕ ਸਾਹਿਬ ਨੇ। ਮਹਾਰਾਜ ਕਹਿੰਦੇ ਡਰ ਉਹਨਾਂ ਦੇ ਅੰਦਰ ਵੀ ਹੁੰਦਾ ਜਿਹੜੇ ਗੁਰਮੁਖ ਹੁੰਦੇ ਆ, ਅਤੇ ਉਹਨਾਂ ਦੇ ਅੰਦਰ ਕਿਹੜਾ ਡਰ ਹੁੰਦਾ? ਪਰਮੇਸ਼ਰ ਵਾਹਿਗੁਰੂ ਦਾ ਡਰ। ਅਤੇ ਉਸ ਡਰ ਦੇ ਆਉਣ ਦੇ ਨਾਲ ਬਾਕੀ ਦੇ ਸਾਰੇ ਡਰ ਜਿਹੜੇ ਉਹ ਖਤਮ ਹੋ ਜਾਂਦੇ, ਜਦੋਂ ਪਰਮੇਸ਼ਰ ਦਾ ਭੈ ਮਨ 'ਚ ਆ ਜਾਂਦਾ। ਅਤੇ ਪਰਮੇਸ਼ਰ ਦਾ ਭੈ ਆਉਂਦਾ ਕਿਵੇਂ ਆ ਸਾਧ ਸੰਗਤ? ਜਦੋਂ ਅਸੀਂ ਜਾਣਦੇ ਹਾਂ ਕਿ ਪਰਮੇਸ਼ਰ ਅੰਗ ਸੰਗ ਹੈ, ਸਾਡੇ ਨੇੜੇ ਹੈ। ਜੇ ਗੁਰੂ ਘਰ ਬੈਠੇ ਆ ਤਾਂ ਵੀ ਨੇੜੇ ਆ, ਗੁਰਦੁਆਰਾ ਸਾਹਿਬ ਵੀ ਨੇੜੇ ਆ, ਅਤੇ ਜੇ ਬਾਹਰ ਸੰਸਾਰ ਦੇ ਕਾਰਾਂ ਵਿਹਾਰਾਂ 'ਚ ਲੱਗੇ ਉਦੋਂ ਵੀ ਉਹ ਸਾਡੇ ਨੇੜੇ ਆ, ਸਾਨੂੰ ਦੇਖ ਰਿਹਾ। ਅਤੇ ਜਦੋਂ ਇਹ ਡਰ ਮਨੁੱਖ ਦੇ ਅੰਦਰ ਆ ਜਾਵੇ ਅਤੇ ਫਿਰ ਮਨੁੱਖ ਦੇ ਦੂਸਰੇ ਡਰ ਸਾਰੇ ਖਤਮ ਹੋ ਜਾਂਦੇ ਆ।
ਡਰ ਘਰ, ਘਰ ਡਰ। ਮਨ ਦੇ ਵਿੱਚ ਡਰ ਹੈ, ਘਰ ਦੇ ਵਿੱਚ ਡਰ ਹੈ, ਡਰ ਡਰ ਜਾਏ। ਉਸ ਡਰ ਪਰਮੇਸ਼ਰ ਦੇ ਡਰ ਦੇ ਨਾਲ ਇਹ ਡਰ ਖਤਮ ਹੋ ਜਾਂਦਾ ਹੈ। ਸੋ ਡਰ ਕਿਹਾ ਜਿਤ ਡਰ ਡਰ ਪਾਏ। ਸਤਿਗੁਰੂ ਗੁਰੂ ਨਾਨਕ ਸਾਹਿਬ ਕਹਿੰਦੇ ਬੜਾ ਕਮਾਲ ਦਾ ਇਹ ਡਰ ਹੈ ਪਰਮੇਸ਼ਰ ਦਾ, ਵਾਹਿਗੁਰੂ ਦਾ, ਜਿਹਦੇ ਨਾਲ ਸਾਰੇ ਡਰ ਖਤਮ ਹੋ ਜਾਂਦੇ। ਸੋ ਡਰ ਕਿਹਾ ਜਿਤ ਡਰ ਡਰ ਪਾਏ। ਮਹਾਰਾਜ ਕਹਿੰਦੇ ਸਾਰੇ ਡਰ ਦੂਰ ਹੋ ਜਾਣਗੇ ਜੇ ਮਨੁੱਖ ਇਹ ਡਰ ਹਿਰਦੇ 'ਚ ਲੈ ਆਵੇ, ਧਾਰਨ ਕਰ ਲਵੇ ਕਿ ਪਰਮੇਸ਼ਰ ਵਾਹਿਗੁਰੂ ਮੈਨੂੰ ਦੇਖ ਰਿਹਾ, ਉਹ ਅਕਾਲ ਪੁਰਖ ਮੇਰੇ ਹੱਥ ਤੋਂ ਵੀ ਨੇੜੇ ਹੈ, ਉਹ ਮੇਰੇ ਬਿਲਕੁਲ ਨੇੜੇ ਹੈ। ਜਦੋਂ ਵਿਕਾਰ ਕੰਮਾਉਣਾ ਉਦੋਂ ਵੀ ਨੇੜੇ ਹੈ, ਅਤੇ ਜਦੋਂ ਮੈਂ ਸਤ ਸੰਗਤ ਕਰਦਾ ਉਦੋਂ ਤਾਂ ਨੇੜੇ ਹੈ ਹੀ ਹੈ। ਇਸ ਕਰਕੇ ਸਤਿਗੁਰਾਂ ਨੇ ਅੱਜ ਦੇ ਪਾਵਨ ਸ਼ਬਦ ਦੇ ਅੰਦਰ ਇਹੀ ਸਮਝਾਇਆ ਹੈ ਕਿ ਜੇ ਮਨੁੱਖ ਨੇ ਆਪਣੇ ਜੀਵਨ 'ਚ ਕੁਛ ਕਮਾਈ ਕਰਨੀ ਹੈ ਤਾਂ ਉਹਨੂੰ ਇਹ ਸੰਸਾਰ ਜਿਹੜਾ ਹੈ ਨਾ ਉਹਦਾ ਉਤਰ ਸਕਦਾ ਹੈ। ਜਿਹੜਾ ਸੰਸਾਰ ਦਾ ਡਰ ਹੈ ਉਹ ਖਤਮ ਹੋ ਸਕਦਾ ਹੈ। ਉਹ ਕਿਹਦੇ ਨਾਲ ਖਤਮ ਹੋਏਗਾ? ਜੇ ਪਰਮੇਸ਼ਰ ਦੀ ਸ਼ਰਨ 'ਚ ਪੈ ਜਾਏ, ਜੇ ਵਾਹਿਗੁਰੂ ਦੀ ਸ਼ਰਨ 'ਚ ਪੈ ਜਾਏ, ਜੇ ਉਸ ਅਕਾਲ ਪੁਰਖ ਦੀ ਸ਼ਰਨ 'ਚ ਮਨੁੱਖ ਪੈ ਜਾਵੇ ਤਾਂ ਉਹਦੇ ਜੀਵਨ 'ਚੋਂ ਇਹ ਡਰ ਖਤਮ ਹੋ ਸਕਦਾ, ਇਹ ਸਹਿਮ ਖਤਮ ਹੋ ਸਕਦਾ। ਉਸ ਤਰ੍ਹਾਂ ਸੰਸਾਰ ਦੇ ਵਿੱਚੋਂ ਮਨੁੱਖ ਦਾ ਡਰ ਜਿਹੜਾ ਉਹ ਕਦੀ ਨਹੀਂ ਖਤਮ ਹੋ ਜਾਂਦਾ। ਸੋ ਸਤਿਗੁਰਾਂ ਨੇ ਕੀ ਰਹਿਮਤਾਂ ਕੀਤੀਆਂ ਨੇ, ਆਓ ਆਪਾਂ ਵਿਚਾਰਨ ਦਾ ਯਤਨ ਕਰੀਏ। ਤਨਾਸਰੀ ਮਹੱਲਾ ਨੌਵਾਂ। ਅਬ ਮੈਂ ਕੌਣ ਉਪਾਉ ਕਰੋ। ਹੇ ਅਕਾਲ ਪੁਰਖ ਜੀ, ਹੇ ਸਤਿਗੁਰੂ ਜੀ, ਮੈਂ ਕਿਹੜਾ ਉਪਾਅ ਕਰਾਂ? ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸਮਝਾਉਂਦੇ ਕਹਿੰਦੇ ਆ ਕਿ ਗੁਰਸਿੱਖਾ ਆਪਣੇ ਗੁਰੂ ਅੱਗੇ ਅਰਦਾਸ ਕਰਕੇ, ਗੁਰੂ ਜੀ ਮੈਂ ਕਿਹੜਾ ਉਪਾਅ ਕਰਾਂ, ਕਿਹੜਾ ਉਪਾਅ ਕਰਾਂ ਜਿਹਦੇ ਨਾਲ ਜਿਹੇ ਬਿਦ ਮਨ ਕੋ ਸੰਸਾ ਚੂਕੈ, ਭਉ ਨਿਦ ਪਾਰ ਪਰੋਂ। ਮਹਾਰਾਜ ਜਿਸ ਉਪਾਅ ਦੇ ਨਾਲ ਮੇਰੇ ਸੰਸੇ ਖਤਮ ਹੋ ਜਾਣ, ਮੇਰਾ ਸਹਿਮ ਖਤਮ ਹੋ ਜਾਵੇ, ਮੇਰਾ ਡਰ ਖਤਮ ਹੋ ਜਾਵੇ, ਮੇਰੇ ਸਾਰੇ ਤਰ੍ਹਾਂ ਦੇ ਸੰਸਾਰੀ ਡਰ ਜਿੰਨੇ ਵੀ ਹਨ, ਜਿੰਨੇ ਵੀ ਤੋਖਲੇ ਹਨ, ਜਿੰਨੀਆਂ ਵੀ ਚਿੰਤਾਵਾਂ ਹਨ, ਮਹਾਰਾਜ ਉਹ ਸਾਰਾ ਕੁਝ ਮੇਰਾ ਖਤਮ ਹੋ ਜਾਵੇ। ਅਤੇ ਸਤਿਗੁਰੂ ਜੀ ਭਉ ਨਿਦ ਪਾਰ ਪਰੋ, ਅਤੇ ਮੈਂ ਇਸ ਸੰਸਾਰ ਦੇ ਵਿੱਚੋਂ ਪਾਰ ਉਤਰ ਜਾਵਾਂ, ਮੇਰਾ ਕਲਿਆਣ ਹੋ ਜਾਵੇ, ਮੈਨੂੰ ਮੁਕਤੀ ਪ੍ਰਾਪਤ ਹੋ ਜਾਵੇ। ਮੈਂ ਕਿਹੜਾ ਰਸਤਾ ਅਪਣਾਵਾਂ ਜਿਸ ਰਸਤੇ 'ਤੇ ਚੱਲ ਕੇ ਮੇਰੇ ਸੰਸੇ, ਮੇਰੇ ਡਰ, ਮੇਰਾ ਇਹ ਸਾਰਾ ਕੁਛ ਜੋ ਵੀ ਸਾਡੇ ਅੰਦਰ ਚੱਲਦਾ ਹੈ ਇਹ ਸਾਰਾ ਕੁਝ ਖਤਮ ਹੋ ਜਾਵੇ। ਕਿਹੜਾ ਰਸਤਾ ਅਪਣਾਵਾਂ? ਫਿਰ ਸਤਿਗੁਰਾਂ ਨੇ ਵਿਸ਼ਰਾਮ ਦੇ ਕੇ ਰਹਾਉ ਦੇ ਬੰਦ 'ਚ ਕਿਹਾ। ਰਹਾਉ ਦੇ ਬੰਦ ਤੋਂ ਬਾਅਦ ਬਖਸ਼ਿਸ਼ ਕੀਤੀ ਹੈ। ਜਨਮ ਪਾਏ ਕਛ ਭਲੋ ਨਾ ਕੀਨੋ, ਤਾਂ ਤੇ ਅਧਿਕ ਡਰੋ। ਹੁਣ ਜਿਹੜਾ ਮਨਮੁਖ ਹੁੰਦਾ ਉਹਨੂੰ, ਉਹਦੇ ਮਨ 'ਚ ਇਹ ਗੱਲ ਨਹੀਂ ਆਉਂਦੀ। ਸਾਧ ਸੰਗਤ ਬੜੇ ਉਹ ਕਰਮਾਂ ਵਾਲੇ ਹੁੰਦੇ ਆ ਜਿਨ੍ਹਾਂ ਦੇ ਮਨ 'ਚ ਇਹ ਗੱਲ ਆਉਂਦੀ ਹੈ। ਵਿਕਾਰੀ ਮਨੁੱਖ ਦੇ ਮਨ 'ਚ ਇਹ ਗੱਲ ਨਹੀਂ ਆਉਂਦੀ। ਉਹ ਤਾਂ ਬਸ ਆਪਣੇ ਜੀਵਨ ਦੇ ਬਸ ਕਰਮਾਂ ਦੇ ਵਿੱਚ ਲੱਗਾ ਹੋਇਆ। ਉਹਨੇ ਕਦੀ ਸੋਚਣਾ ਨਹੀਂ ਹੁੰਦਾ ਕਿ ਮੈਂ ਜੀਵਨ 'ਚ ਕੁਛ ਕਰਨਾ ਵੀ ਹੈ, ਕੁਛ ਕਮਾਉਣਾ ਵੀ ਹੈ। ਪਰ ਜਿਹਦੇ ਮਨ 'ਚ ਥੋੜ੍ਹੀ ਜਿਹੀ ਵੀ ਚੇਟਕ ਹੁੰਦੀ ਹੈ ਨਾ ਪਰਮੇਸ਼ਰ ਦੀ, ਉਹ ਫਿਰ ਇਹ ਗੱਲ ਕਹਿੰਦਾ ਹੈ, ਕਹਿੰਦਾ ਜਨਮ ਪਾਏ ਕਛ ਭਲੋ ਨਾ ਕੀਨੋ। ਹੇ ਪਰਮੇਸ਼ਰ, ਹੇ ਸਤਿਗੁਰੂ ਜੀ, ਆਪ ਜੀ ਨੇ ਮੈਨੂੰ ਮਨੁੱਖਾ ਜਨਮ ਦਿੱਤਾ ਹੈ, ਮੈਨੂੰ ਜੀਵਨ ਦਿੱਤਾ ਹੈ, ਅਤੇ ਮੈਂ ਕੋਈ ਭਲਾ ਹੀ ਨਹੀਂ ਕੀਤਾ। ਜਨਮ ਪਾਏ ਕਛ ਭਲੋ ਨਾ ਕੀਨੋ, ਮੈਂ ਕੋਈ ਭਲਾ ਕਾਰਜ ਕੀਤਾ ਹੀ ਨਹੀਂ। ਤਾਂ ਤੇ ਅਧਿਕ ਡਰੋਂ। ਵਾਹਿਗੁਰੂ ਜੀ, ਇਹ ਮੈਨੂੰ ਸਭ ਤੋਂ ਵੱਡਾ ਡਰ ਲੱਗਦਾ ਪਿਆ ਕਿ ਆਪ ਜੀ ਨੇ ਮੈਨੂੰ ਸਰੀਰ ਦਿੱਤਾ, ਜੀਵਨ ਦਿੱਤਾ, ਸਵਾਸ ਦਿੱਤੇ, ਸਾਰਾ ਕੁਛ ਦਿੱਤਾ ਹੈ ਮਹਾਰਾਜ, ਚੰਗੇ ਅੰਗ ਪ੍ਰਤੰਗ ਦਿੱਤੇ ਆ, ਅਤੇ ਸਤਿਗੁਰੂ ਜੀ ਮੈਂ ਕਦੀ ਭਲਾ ਕੀਤਾ ਹੀ ਨਹੀਂ। ਤਾਂ ਤੇ ਅਧਿਕ ਡਰੋਂ, ਇਸ ਕਰਕੇ ਮੈਂ ਬਹੁਤ ਡਰਦਾ ਪਿਆ ਕਿ ਮੇਰੇ ਜੀਵਨ ਦੇ ਵਿੱਚ ਕਦੀ ਭਲਾ ਆਇਆ ਹੀ ਨਹੀਂ, ਮੈਂ ਕਿਸੇ ਦਾ ਪਰਉਪਕਾਰ ਕੀਤਾ ਹੀ ਨਹੀਂ। ਮਨ ਬਚ ਕਰਮ ਕਾ ਹਰ ਗੁਣ ਨਹੀਂ ਗਾਏ, ਯਹ ਜੀ ਸੋਚ ਧਰੋਂ। ਸਤਿਗੁਰੂ ਜੀ ਮਨ ਕਰਕੇ, ਬਚਨ ਕਰਕੇ ਅਤੇ ਕਰਮ ਕਰਕੇ, ਤਿੰਨ ਗੱਲਾਂ ਕਹੀਆਂ। ਮਨ ਕਰਕੇ ਪਰਮੇਸ਼ਰ ਦੀ ਆਰਾਧਨਾ ਨਹੀਂ ਕੀਤੀ, ਬਚਨਾਂ ਕਰਕੇ ਪਰਮੇਸ਼ਰ ਦੀ ਆਰਾਧਨਾ ਨਹੀਂ ਕੀਤੀ, ਅਤੇ ਕਰਮ ਕਰਕੇ ਪਰਮੇਸ਼ਰ ਨੂੰ ਯਾਦ ਨਹੀਂ ਕੀਤਾ। ਮਨ ਕਰਕੇ ਹੁੰਦਾ ਹੈ ਜਿਵੇਂ ਪਰਮੇਸ਼ਰ ਦਾ ਭੈ ਰੱਖਣਾ ਮਨ 'ਚ ਕਿ ਉਹ ਹੈ, ਹਰ ਜਗ੍ਹਾ ਸਦੀਵੀ ਹੈ,
ਬਚਨ ਕਰਕੇ ਭੈ ਰੱਖਣਾ, ਨਾਮ ਬਾਣੀ ਦਾ ਅਭਿਆਸ, ਬਾਣੀ ਪੜ੍ਹਨੀ, ਬੰਦਗੀ ਕਰਨੀ। ਫਿਰ ਬਚਨ ਕਰਕੇ ਕਿਸੇ ਨੂੰ ਮਾੜਾ ਨਹੀਂ ਬੋਲਣਾ, ਜ਼ੁਬਾਨ ਤੋਂ ਮਾੜਾ ਨਹੀਂ ਬੋਲਣਾ, ਮਿੱਠਾ ਬੋਲਣਾ। ਇਹ ਵੀ ਪਰਮੇਸ਼ਰ ਦੇ ਸੰਸਾਰ ਦੇ ਜਿੰਨੇ ਵੀ ਜੀਵਾਂ ਨੂੰ ਪਰਮੇਸ਼ਰ ਦਾ ਰੂਪ ਸਮਝ ਕੇ ਉਹਨਾਂ ਨਾਲ ਮਿੱਠਾ ਬੋਲਣਾ। ਇਹ ਬਚਨ ਕਰਕੇ ਪਰਮੇਸ਼ਰ ਨੂੰ ਯਾਦ ਕਰਨਾ। ਅਤੇ ਕਰਮ ਕਰਕੇ ਯਾਦ ਕਰਨਾ ਹੁੰਦਾ ਹੈ, ਜਿਵੇਂ ਸੰਸਾਰ ਦਾ ਕੋਈ ਵੀ ਕਾਰਜ ਕਰਦੇ ਹਾਂ, ਉਸ ਕਾਰਜ ਦੇ ਵਿੱਚ ਪਰਮੇਸ਼ਰ ਨੂੰ, ਵਾਹਿਗੁਰੂ ਨੂੰ ਸ਼ਾਮਲ ਕਰਨਾ। ਮਨ ਕਰਕੇ ਹੁੰਦਾ ਕਿ ਉਹਦਾ ਭੈ 'ਚ ਰਹਿਣਾ ਕਿ ਉਹ ਸਾਨੂੰ ਦੇਖ ਰਿਹਾ ਹੈ, ਉਹਦਾ ਮੇਰੇ ਮਨ 'ਤੇ ਵੀ ਪਹਿਰਾ ਹੈ, ਹਰ ਸਮੇਂ ਨਜ਼ਦੀਕ ਹੈ। ਫਿਰ ਬਚਨ ਕਰਕੇ ਸੰਸਾਰ ਦੇ ਜਿਹੜੇ ਵੀ ਜੀਵ ਦੇ ਨਾਲ ਕਿਸੇ ਨਾਲ ਵੀ ਗੱਲ ਕਰਨੀ ਹੈ, ਮਿੱਠਾ ਬੋਲਣਾ, ਸੁਭਾਅ ਕਰਕੇ ਬਾਣੀ ਪੜ੍ਹਨੀ ਹੈ, ਬੰਦਗੀ ਕਰਨੀ ਹੈ। ਜ਼ੁਬਾਨ ਕਰਕੇ ਬਾਣੀ ਪੜ੍ਹਦੇ ਵੀ ਬਚਨ ਹਨ। ਬਚਨ ਕਰਕੇ ਫਿਰ ਉਸ ਤੋਂ ਬਾਅਦ ਕਰਮ ਕਰਕੇ। ਕਰਮ ਕਰਕੇ ਕੀ ਹੈ? ਸੰਸਾਰ ਦੇ ਜਿਹੜੇ ਵੀ ਕਾਰਜ ਕਰਦੇ ਉਹਨਾਂ ਵਿੱਚ ਪਰਮੇਸ਼ਰ ਨੂੰ ਸ਼ਾਮਲ ਕਰਨਾ। ਫਿਰ ਸੇਵਾ ਕਰਨੀ ਹੈ, ਗੁਰੂ ਘਰ ਆ ਕੇ ਜਾਂ ਹੋਰ ਜੀਵਾਂ ਦੀ ਸੇਵਾ ਕਰਨੀ, ਪਰਉਪਕਾਰੀ ਕਾਰਜ ਕਰਨੇ। ਇੱਕ ਕਰਮ ਕਰਕੇ ਪਰਮੇਸ਼ਰ ਨੂੰ ਚੇਤੇ ਰੱਖਣਾ। ਸਤਿਗੁਰੂ ਜੀ, ਵਾਹਿਗੁਰੂ ਜੀ, ਮਨ ਕਰਕੇ, ਬਚਨ ਕਰਕੇ, ਕਰਮ ਕਰਕੇ ਹਰ ਗੁਣ ਨਹੀਂ ਗਾਏ। ਮੈਂ ਹਰੀ ਵਾਹਿਗੁਰੂ ਦੇ ਗੁਣ ਗਾਏ ਹੀ ਨਹੀਂ, ਪਰਮੇਸ਼ਰ ਨੂੰ ਯਾਦ ਕੀਤਾ ਹੀ ਨਹੀਂ। ਮਨ ਮੇਰਾ ਵਿਕਾਰਾਂ ਵੱਲ ਭੱਜਾ ਫਿਰਦਾ। ਬਚਨ ਕਰਕੇ ਮੈਂ ਕਿਸੇ ਦੇ ਲਾਗੇ ਨਹੀਂ ਬਹਿਣਾ ਚਾਹੁੰਦਾ, ਹਰ ਕਿਸੇ ਦੇ ਨਾਲ ਮਨ ਦੇ ਤਿਊੜੀਆਂ ਪਾ ਕੇ ਰੱਖਦਾ ਮੱਥੇ 'ਤੇ। ਪਰਮੇਸ਼ਰ ਦੀ ਬਾਣੀ ਦੇ ਬਚਨ ਮੈਨੂੰ ਚੰਗੇ ਨਹੀਂ ਲੱਗਦੇ, ਸਿਮਰਨ ਮੈਨੂੰ ਚੰਗਾ ਨਹੀਂ ਲੱਗਦਾ। ਕਰਮ ਕਰਕੇ ਮੈਂ ਵਿਕਾਰੀ ਹਾਂ, ਕਰਮ ਕਰਕੇ ਸੰਸਾਰ ਦੇ ਧੰਦਿਆਂ 'ਚ ਲੱਗਾ ਪਿਆ, ਮੈਨੂੰ ਕਦੇ ਪਰਉਪਕਾਰ ਦੀ ਸਮਝ ਨਹੀਂ ਆਈ। ਇਸ ਕਰਕੇ ਵਾਹਿਗੁਰੂ ਜੀ, ਮਨ ਬਚ ਕਰਮ ਕਰ ਹਰ ਗੁਣ ਨਹੀਂ ਗਾਏ। ਮੈਂ ਹਰੀ ਦੇ ਗੁਣ, ਵਾਹਿਗੁਰੂ ਦੇ ਗੁਣ ਨਹੀਂ ਗਾਏ। ਯਹ ਜੀ ਸੋਚ ਧਰੋਂ। ਵਾਹਿਗੁਰੂ ਜੀ, ਇਹੀ ਆਪਣੇ ਹਿਰਦੇ ਦੇ ਵਿੱਚ ਮੈਂ ਸੋਚ ਰੱਖੀ ਹੈ, ਇਹੀ ਧਿਆਨ ਧਰਦਾ ਕਿ ਮਹਾਰਾਜ ਮੇਰਾ ਭਲਾ ਕਿਵੇਂ ਹੋਵੇਗਾ। ਮੈਂ ਤਾਂ ਕੁਛ ਕੀਤਾ ਹੀ ਨਹੀਂ, ਮੈਂ ਤਾਂ ਕੁਝ ਭਲਾ ਕਰਮ ਸੰਸਾਰ 'ਤੇ ਕੀਤਾ ਨਹੀਂ, ਮੇਰਾ ਕਿਵੇਂ ਭਲਾ ਹੋਵੇਗਾ, ਮੈਨੂੰ ਕਿਵੇਂ ਮੁਕਤੀ ਮਿਲੇਗੀ। ਗੁਰਮਤਿ ਸੁਣ ਕਛ ਗਿਆਨ ਨ ਉਪਜਿਓ, ਪਸ ਜਿਉ ਉਦਰ ਪਰੋਂ ਹੁਣ ਸਾਧ ਸੰਗਤ। ਗੁਰਮਤਿ ਕੀ ਹੈ? ਗੁਰੂ ਦੀ ਸਿੱਖਿਆ। ਹਰ ਕੋਈ ਮਨੁੱਖ ਗੁਰਦੁਆਰੇ ਆਉਂਦਾ ਅਤੇ ਉਹਨੂੰ ਇੱਥੋਂ ਕੁਛ ਨਾ ਕੁਛ ਗਿਆਨ ਮਿਲਦਾ ਹੀ ਮਿਲਦਾ। ਉਹ ਜੀਵਨ 'ਚ ਧਾਰਨ ਕਰੇ ਨਾ ਕਰੇ, ਇਹ ਉਹਦੇ ਮਾੜੇ ਕਰਮ ਹਨ। ਮਹਾਰਾਜ ਗੁਰਮਤਿ ਸੁਣ। ਗੁਰਮਤਿ ਸੁਣਦਾ ਮੈਂ ਆ ਕੇ, ਕਥਾ ਵੀ ਸੁਣਦਾ, ਕੀਰਤਨ ਵੀ ਸੁਣਦਾ, ਗੁਰਬਾਣੀ ਵੀ ਸੁਣਦਾ, ਪੜ੍ਹਦਾ। ਮਹਾਰਾਜ ਗੁਰਮਤਿ ਸੁਣ ਕਛ ਗਿਆਨ ਨਾ ਉਪਜਿਓ, ਮੈਨੂੰ ਕੋਈ ਗਿਆਨ ਨਹੀਂ ਉਪਜਦਾ। ਬਾਣੀ ਵੀ ਪੜ੍ਹ ਲੈਣਾ, ਕਥਾ ਵੀ ਸਰਵਣ ਕਰ ਲੈਣਾ, ਕੀਰਤਨ ਵੀ ਸਰਵਣ ਕਰ ਲੈਣਾ, ਸੇਵਾ ਵੀ ਕਰ ਲੈਣਾ, ਪਰ ਕਦੇ ਗਿਆਨ ਨਹੀਂ ਉਪਜਿਆ ਹਿਰਦੇ ਦੇ ਵਿੱਚ। ਕਦੀ ਯਾਦ ਪਰਮੇਸ਼ਰ ਨੂੰ ਕਰਨ ਵਾਲਾ ਜਿਹੜਾ ਗਿਆਨ ਹੈ ਨਾ, ਉਸ ਵਾਹਿਗੁਰੂ ਦਾ, ਪਰਮੇਸ਼ਰ ਦਾ ਗਿਆਨ, ਉਹ ਕਦੀ ਮਨ 'ਚ ਉਪਜਿਆ ਹੀ ਨਹੀਂ। ਬਸ ਸੁਣ ਕੇ ਇੱਕ ਕੰਨ 'ਚੋਂ ਦੂਸਰੇ ਕੰਨ 'ਚੋਂ ਕੱਢ ਦਿੱਤੀ। ਮਹਾਰਾਜ ਜੀ, ਇਹ ਮੇਰੀ ਹਾਲਤ ਹੈ। ਆਪ ਜੀ ਰੋਜ਼ ਗਿਆਨ ਦਿੰਦੇ ਹੋ, ਰੋਜ਼। ਹੁਣ ਤਾਂ ਸਾਧ ਸੰਗਤ ਬੜੀ ਕਿਰਪਾ ਹੈ ਸਤਿਗੁਰਾਂ ਦੀ, ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਅਤੇ ਸਾਡੇ ਕੋਲ ਬਹੁਤ ਗਿਆਨ ਹੈ ਜੋ ਸਤਿਗੁਰੂ ਬਖਸ਼ਿਸ਼ ਕਰ ਰਹੇ ਨੇ। ਅੰਮ੍ਰਿਤ ਵੇਲੇ ਤੋਂ ਹੁਕਮਨਾਮਾ ਸਾਡੇ ਘਰਾਂ 'ਚ ਆ ਜਾਂਦਾ। ਪਹਿਲਾਂ ਤਾਂ ਜਿਨ੍ਹਾਂ ਦੇ ਘਰ TV ਹੁੰਦੇ ਸਨ ਉਹਨਾਂ ਘਰ ਆਉਂਦਾ ਸੀ, ਹੁਣ ਤਾਂ ਹਰ ਮੋਬਾਇਲ 'ਤੇ ਆ ਜਾਂਦਾ। ਕਿੰਨੀ ਕਿਰਪਾ ਹੈ ਸਤਿਗੁਰਾਂ ਦੀ। ਇਸ ਕਰਕੇ ਗਿਆਨ ਜਿਹੜਾ ਹੈ, ਗੁਰਮਤਿ ਜਿਹੜੀ, ਉਹ ਸਾਨੂੰ ਬੜੇ ਵੱਡੇ ਪੱਧਰ 'ਤੇ ਮਿਲ ਰਹੀ ਹੈ, ਪਰ ਗਿਆਨ ਨਹੀਂ ਉਪਜ ਰਿਹਾ। ਗੁਰੂ ਦਾ ਗਿਆਨ ਸਾਨੂੰ ਮਿਲ ਰਿਹਾ ਹੈ, ਪਰ ਜਿਹੜਾ ਗੁਰੂ ਦੇ ਗਿਆਨ ਮਿਲਦੇ ਨਾਲ ਅੰਦਰੋਂ ਗਿਆਨ ਪ੍ਰਗਟ ਹੋਣਾ ਸੀ, ਉਹ ਨਹੀਂ ਪ੍ਰਗਟ ਹੋ ਰਿਹਾ। ਹੇ ਵਾਹਿਗੁਰੂ ਜੀ, ਹੇ ਅਕਾਲ ਪੁਰਖ ਜੀ, ਗੁਰਮਤਿ ਸੁਣ। ਗੁਰੂ ਦੀ ਸਿੱਖਿਆ ਸੁਣਦਾ ਮੈਂ, ਪਰ ਕਦੀ ਮੈਨੂੰ ਗਿਆਨ ਪੈਦਾ ਹੀ ਨਹੀਂ ਹੋਇਆ ਮੇਰੇ ਹਿਰਦੇ ਦੇ ਵਿੱਚ। ਪਸ ਜਿਉ ਉਦਰ ਭਰੋਂ, ਅਤੇ ਮੇਰਾ ਕੰਮ ਕੀ ਹੈ? ਪਸ਼ੂਆਂ ਦੀ ਤਰ੍ਹਾਂ ਢਿੱਡ ਭਰਨਾ। ਪਸ਼ੂਆਂ ਦੀ ਤਰ੍ਹਾਂ ਅਸੀਂ ਢਿੱਡ ਭਰਨਾ ਹੈ। ਢਿੱਡ ਭਰਨਾ ਕੀ ਹੈ? ਪਸ਼ੂ ਨੂੰ ਕੋਈ ਧਿਆਨ ਥੋੜ੍ਹੀ ਹੁੰਦਾ ਮੈਂ ਕੋਈ ਧਰਮ ਦੀ ਗੱਲ ਵੀ ਸੁਣਨੀ ਹੈ, ਕੋਈ ਪਰਮੇਸ਼ਰ ਦਾ ਗਿਆਨ ਵੀ ਲੈਣਾ, ਨਹੀਂ ਹੁੰਦੀ। ਪਸ਼ੂ ਨੂੰ ਤਾਂ ਇੰਨਾ ਪਤਾ ਹੁੰਦਾ ਕਿ ਚਾਰਾ ਖਾਣਾ ਹੈ ਅਤੇ ਖਾ ਕੇ ਅਤੇ ਬਸ ਬੈਠੇ ਰਹਿਣਾ, ਗਾਲੀ ਕਰੀ ਜਾਣੀ, ਇੰਨਾ ਹੀ ਕੁਛ ਪਤਾ ਹੁੰਦਾ। ਇਸ ਕਰਕੇ ਸਤਿਗੁਰੂ ਪਸ਼ੂਆਂ ਵਾਲਾ, ਮੇਰੀ ਹਾਲਤ ਪਸ਼ੂਆਂ ਵਾਲੀ ਹੈ। ਮੈਂ ਖਾਣ ਪੀਣ ਦੇ ਪਿੱਛੇ ਭੱਜਾ ਫਿਰਦਾ ਰਹਿੰਦਾ, ਸੋਹਣੇ ਕੱਪੜੇ ਪਹਿਨਣ ਦੇ ਪਿੱਛੇ ਭੱਜਾ ਫਿਰਦਾ ਰਹਿੰਦਾ। ਖਾਣਾ ਚੰਗਾ ਤੋਂ ਚੰਗੇ ਰੈਸਟੋਰੈਂਟਾਂ ਦਾ ਪਤਾ ਹੈ ਕਿ ਕਿੱਥੋਂ ਖਾਣਾ ਹੈ, ਪਰ ਕਦੀ ਇਹ ਪਤਾ ਹੀ ਨਹੀਂ ਕਿ ਸਤ ਸੰਗਤ ਵਿੱਚ ਵੀ ਜਾਣਾ, ਉਹ ਪਤਾ ਹੀ ਨਹੀਂ, ਯਾਦ ਹੀ ਨਹੀਂ।
हे वाहिगुरू जी, पस ज्यों उधर भरों, मेरी हालत ऐसी आ जिवें पशु ढिड भरते आ, खांदे आ, पींदे आ, बस बह जाते आ, सौ जाते आ। महाराज इहो मेरा जीवन है, इस तरह मेरे कारज है। मैनू आप जी ने अनमोलक जीवन दिता है, ये जिहड़ा मनुखा जीवन दिता है मैनू, पर मैं पशुआं दी न्याय गवा लिया। पशुआं दे वांग इस जीवन दे विच कदी परमेश्वर नूं सिमरिया ही नहीं, पशुआं दे वांग ही रहा। हर वेले मैं विकारां दे विच ही लगा रहा, हर वेले खाण पीण दे पिछे भजदा रहा, ते ढिड भरन दा ही हमेशा ही सोचिया, ते कदी परमेश्वर जी सतगुरु दा ज्ञान कदी धारण ही नहीं कीता। कहो नानक प्रभ बिरद पछाना, तब हों पतित तरां। सतगुरु अखीरली पंक्ति के अंदर बख्शिश करते हैं। मारे कहते हे परमेश्वर वाहिगुरू, है तो मैं पतित, क्योंकि जीवन 'च मन लेना चाहिए सानू। ਜਿਹੜੇ ਮੰਨ ਲੈਂਦੇ ਆ ਉਹਨਾਂ ਦੇ ਉੱਤੇ ਗੁਰੂ ਕਿਰਪਾ ਕਰ ਦਿੰਦਾ। ਪਹਿਲੀ ਗੱਲ ਮਨੁੱਖ ਮੰਨਦਾ ਹੀ ਨਹੀਂ ਹੈ, ਕਹਿੰਦਾ ਮੈਂ ਤੇ ਵਿਕਾਰ ਕਮਾਉਂਦਾ ਹੀ ਨਹੀਂ। ਮਨ ਕਰਕੇ ਵੀ ਕਈ ਨਹੀਂ ਮੰਨਦੇ, ਪਰ ਗੁਰੂ ਅੱਗੇ ਮੰਨ ਲੈਣਾ ਚਾਹੀਦਾ। ਠੀਕ ਹੈ, ਸੰਸਾਰ ਦੇ ਲੋਕਾਂ ਅੱਗੇ ਨਾ ਮੰਨੋ। ਸੰਸਾਰ ਦੇ ਲੋਕਾਂ ਅੱਗੇ ਜੇ ਕਿਸੇ ਨੂੰ ਦੱਸੋਗੇ ਨਾ ਕਿ ਮੈਂ ਬੜਾ ਮਾੜਾ ਹਾਂ, ਮੈਂ ਵਿਕਾਰੀ ਹਾਂ, ਬੜਾ ਆਪਣੇ ਮਨ ਦੀ ਗੱਲ ਦੱਸੋਗੇ, ਉਹ ਦੂਸਰਿਆਂ 'ਚ ਦੱਸਣਗੇ, ਸ਼ਰਮਿੰਦਗੀ ਉਠਾਉਣੀ ਪਵੇਗੀ। ਪਰ ਜਦੋਂ ਗੁਰੂ ਅੱਗੇ ਹੱਥ ਜੋੜ ਕੇ ਦੱਸਾਂਗੇ ਨਾ, ਤਾਂ ਗੁਰੂ ਰਹਿਮਤ ਕਰਦਾ, ਗੁਰੂ ਕਿਰਪਾ ਕਰਦਾ, ਗੁਰੂ ਬੜੀ ਮਿਹਰ ਕਰਦਾ। ਇਹ ਘਟਨਾ ਯਾਦ ਆ ਗਈ ਸਾਧ ਸੰਗਤ, ਤਬ ਹੋਂ ਪਤਿਤ ਤਰੋਂ। ਕਹਿੰਦੇ ਕਿ ਇੱਕ ਮਨੁੱਖ ਸੀ, ਉਹ ਤੰਬਾਕੂ ਦਾ ਬੜਾ ਸੇਵਨ ਕਰਦਾ ਸੀ। ਤੰਬਾਕੂ ਦਾ ਸੇਵਨ ਉਹਨੇ ਕਰਨਾ ਹਰ ਰੋਜ਼, ਤੇ ਐਸਾ ਤੰਬਾਕੂ ਦਾ ਸੇਵਨ, ਪਰ ਦਾੜਾ ਰੱਖਿਆ ਹੋਇਆ ਸੀ, ਕੇਸ ਵੀ ਰੱਖੇ ਹੋਏ ਸੀ, ਸਿੱਖ ਸੀ, ਤੰਬਾਕੂ ਦਾ ਸੇਵਨ ਕਰੇ। ਤੇ ਪਰਿਵਾਰ 'ਚੋਂ ਬੱਚਿਆਂ ਨੇ ਕਹਿ ਦਿੱਤਾ ਕਿ ਪਿਤਾ ਜੀ ਆਪਾਂ ਹੁਣ ਨਾ ਅੰਮ੍ਰਿਤਧਾਰੀ ਹੋ ਜਾਈਏ, ਤੇ ਜੀਵਨ ਆਪਣਾ ਹੋਵੇ ਲੰਘ। ਕਈ ਵਾਰੀ ਕੀ ਹੁੰਦਾ, ਔਲਾਦ ਹੀ ਸਵਾਰ ਦਿੰਦੀ ਸਾਰਾ ਕੁਛ। ਔਲਾਦ ਨੇ ਕਿਹਾ, ਬੱਚਿਆਂ ਨੇ ਕਿਹਾ ਪਿਤਾ ਜੀ ਆਪਾਂ ਇੰਜ ਕਰੀਏ, ਅੰਮ੍ਰਿਤਧਾਰੀ ਹੋ ਜਾਈਏ। ਤੇ ਪਿਤਾ ਨੇ ਕਿਹਾ ਕਿ ਪੁੱਤਰ ਮੈਨੂੰ ਥੋੜ੍ਹਾ ਸਮਾਂ ਦੇ ਦਿਓ। ਪਿਤਾ ਦੇ ਮਨ 'ਚ ਵੀ ਗੱਲ ਆ ਗਈ, ਤੇ ਪਰ ਮਨ 'ਚ ਇਹ ਵੀ ਗੱਲ ਆ ਗਈ ਨਾਲ ਹੀ ਕਿ ਮੈਂ ਤਾਂ ਤੰਬਾਕੂ ਦਾ ਸੇਵਨ ਕਰਦਾ। ਘਰ 'ਚ ਨਹੀਂ ਸੀ ਪਤਾ ਕਿਸੇ ਨੂੰ, ਤੇ ਨਾ ਹੀ ਸਾਹਮਣੇ ਕਿਸੇ ਦੇ ਕਰਦਾ ਸੀ, ਚੋਰੀ ਚੋਰੀ ਤੰਬਾਕੂ ਦਾ ਸੇਵਨ ਕਰਦਾ ਸੀ। ਹੁਣ ਸਤਿਗੁਰਾਂ ਨੇ ਤੰਬਾਕੂ ਹਰਾਮ ਕਿਹਾ, ਗੁਰਸਿੱਖ ਤੰਬਾਕੂ ਨਹੀਂ ਖਾਂਦਾ। ਤੇ ਮਨ 'ਚ ਇਹ ਗੱਲ ਆ ਗਈ ਕਿ ਜੇ ਬੱਚਿਆਂ ਨੇ ਕਿਹਾ ਅੰਮ੍ਰਿਤਧਾਰੀ ਹੋਣਾ, ਉਹਦੇ ਵਾਸਤੇ ਤਾਂ ਛੱਡਣਾ ਪੈਣਾ, ਤੰਬਾਕੂ ਦਾ ਸੇਵਨ ਤਾਂ ਕਰਨਾ ਹੀ ਨਹੀਂ ਹੈ ਸਿੱਖ ਨੇ। ਹੁਣ ਸੋਚਦਾ ਕੀਤਾ ਕੀ ਜਾਵੇ, ਕਿਹਨੂੰ ਦੱਸਾਂ ਮੈਂ, ਕਿਹਦੇ ਅੱਗੇ ਬੇਨਤੀ ਕਰਾਂ। ਤੇ ਇੱਕ ਦਿਨ ਕਥਾ ਸੁਣਦਿਆਂ ਕਿਸੇ ਦੀ ਕਥਾ ਲਾ ਲਈ ਟੀ ਵੀ ਦੇ ਉੱਤੇ, ਕਿਸੇ ਗੁਰਮੁਖ ਪਿਆਰੇ ਦੀ। ਉਸ ਗੁਰਮੁਖ ਪਿਆਰੇ ਨੇ ਕਥਾ ਦੇ ਵਿੱਚ ਕਿਹਾ ਕਿ ਭਾਈ, ਗੁਰੂ ਦੇ ਅੱਗੇ ਸੱਚੇ ਮਨ ਦੇ ਨਾਲ ਜਿਹੜਾ ਗੁਰਸਿੱਖ ਅਰਦਾਸ ਕਰਦਾ ਹੈ, ਤੇ ਉਹ ਕਿੰਨਾ ਵੀ ਵੱਡਾ ਵਿਕਾਰੀ ਕਿਉਂ ਨਾ ਹੋਵੇ, ਗੁਰੂ ਦਾ ਵਿਕਾਰ ਛਡਾ ਦਿੰਦਾ, ਕਿੰਨਾ ਵੀ ਵੱਡਾ ਪਾਪੀ ਕਿਉਂ ਨਾ ਹੋਵੇ। ਪਰ ਗੱਲ ਕੀ ਆ ਕਿ ਹਿਰਦੇ ਦੇ ਵਿੱਚ ਸੱਚ ਹੋਣਾ ਚਾਹੀਦਾ। ਗੁਰੂ ਅੱਗੇ ਅਰਦਾਸ ਕਰੇ ਮਨ ਕਰਕੇ। ਤੇ ਉਹ ਜਿਹੜਾ ਸੀ ਮਨੁੱਖ, ਉਹ ਆਇਆ ਗੁਰਦੁਆਰਾ ਸਾਹਿਬ। ਉਹ ਗੱਲ ਜਿਹੜੀ ਗੁਰਸਿੱਖ ਨੇ ਕਥਾ 'ਚ ਕਹੀ ਸੀ ਯਾਦ ਸੀ। ਕਹਿੰਦਾ ਕਿ ਮੈਂ ਗੁਰਦੁਆਰੇ ਇੰਟਰ ਕਰਨ ਲੱਗਾ ਮੱਥਾ ਟੇਕਣ ਵਾਸਤੇ, ਤੇ ਜੇਬ ਦੇ ਵਿੱਚ ਤੰਬਾਕੂ ਦੀ ਪੂੜੀ ਸੀ। ਕਹਿੰਦਾ ਹੁਣ ਤੰਬਾਕੂ ਦੀ ਪੂੜੀ ਗੁਰਦੁਆਰੇ ਲੈ ਕੇ ਨਹੀਂ ਸੀ ਜਾਣੀ, ਤੇ ਨੇੜੇ ਵੇਖਿਆ ਕਿ ਇੱਟ ਪਈ ਸੀ, ਉਹਦੇ ਥੱਲੇ ਰੱਖ ਦਿੱਤੀ। ਕਹਿੰਦਾ ਮਨ ਵਿੱਚ ਅਜੇ ਵੀ ਹੈ ਕਿ ਚਲੋ ਵਾਪਸ ਆਊਂਗਾ, ਤੰਬਾਕੂ ਦੀ ਪੂੜੀ ਇਸ ਇੱਟ ਥੱਲੋਂ ਕੱਢ ਲਊਂਗਾ। ਤੇ ਕਹਿੰਦਾ ਮੈਂ ਉਹ ਇੱਟ ਦੇ ਥੱਲੇ ਤੰਬਾਕੂ ਦੀ ਪੂੜੀ ਰੱਖ ਦਿੱਤੀ, ਤੇ ਰੱਖ ਕੇ ਮੈਂ ਅੰਦਰ ਚਲਾ ਗਿਆ। ਹਜੇ ਮਨ 'ਚ ਇਹ ਗੱਲ ਨਹੀਂ ਹੈ ਕਿ ਮੈਂ ਗੁਰੂ ਅੱਗੇ ਅਰਦਾਸ ਕਰਨੀ, ਅਜੇ ਵੀ ਇਹੋ ਮਨ 'ਚ ਹੈ ਕਿ ਚਲੋ ਜਾਂਦਿਆਂ ਤੰਬਾਕੂ ਦੀ ਪੂੜੀ ਲੈ ਜਾਵਾਂਗਾ। ਕਹਿੰਦਾ ਅੰਦਰ ਗਿਆ, ਕੀਰਤਨ ਸਰਵਣ ਕੀਤਾ 10 ਮਿੰਟ, ਫਿਰ ਮਨ 'ਚ ਵਿਚਾਰ ਆਇਆ, ਮਨਾ ਗੁਰੂ ਅੱਗੇ ਅਰਦਾਸ ਤੇ ਕਰਕੇ ਵੇਖ, ਕੀ ਪਤਾ ਗੁਰੂ ਤੰਬਾਕੂ ਛੁਡਾ ਹੀ ਦੇਵੇ। ਦੋਵੇਂ ਹੱਥ ਜੋੜ ਕੇ, ਹੋਰ ਕਿਸੇ ਨੂੰ ਨਹੀਂ, ਸੰਸਾਰ ਦੇ ਮਨੁੱਖ ਨੂੰ ਨਹੀਂ ਕਿਸੇ ਨੂੰ ਦੱਸਿਆ, ਗੁਰੂ ਅੱਗੇ ਅਰਦਾਸ ਕੀਤੀ ਹੈ, ਮਹਾਰਾਜ ਪਰਿਵਾਰ ਦੇ ਵਿੱਚ ਬੱਚੇ ਵੀ ਕਹਿੰਦੇ, ਪਤਨੀ ਵੀ ਕਹਿੰਦੀ ਆ ਕਿ ਅੰਮ੍ਰਿਤ ਛਕ ਲਈਏ, ਅੰਮ੍ਰਿਤਧਾਰੀ ਹੋ ਜਾਈਏ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਆਪ ਜੀ ਦਾ ਹੁਕਮ ਹੈ ਕਿ ਸਿੱਖ ਨੇ ਤੰਬਾਕੂ ਦਾ ਸੇਵਨ ਨਹੀਂ ਕਰਨਾ, ਪਰ ਮੈਨੂੰ ਇਹ ਲਾਮਤ ਬੜੀ ਵੱਡੀ ਲੱਗੀ ਹੈ। ਮਹਾਰਾਜ ਕੀ ਕਰਾਂ, ਕਿਵੇਂ ਇਹਦੇ ਤੋਂ ਬਚਾਂ, ਮਿਹਰ ਕਰੋ ਮੈਨੂੰ ਬਚਾਓ। ਦੋਵੇਂ ਹੱਥ ਜੋੜ ਕੇ ਅਰਦਾਸਾਂ ਕਰਦਾ ਹੈ।
ਇੰਨੇ ਚਿਰ ਨੂੰ ਗੁਰੂ ਦੀ ਕਿਰਪਾ ਹੁੰਦੀ, ਅੱਖਾਂ 'ਚੋਂ ਨੀਰ ਵਗਣ ਲੱਗ ਪੈਂਦਾ ਕਿ ਮਹਾਰਾਜ ਮੈਂ ਕਿਹੜੇ ਰਸਤੇ 'ਤੇ ਚਲਾ ਗਿਆ। ਦਾੜਾ ਮੇਰਾ ਚੰਗਾ, ਸਿਰ 'ਤੇ ਮੈਂ ਦਸਤਾਰ ਸਜਾਉਣਾ, ਪਰ ਫਿਰ ਵੀ ਤੰਬਾਕੂ ਦਾ ਸੇਵਨ ਕਰਦਾ। ਜਦੋਂ ਇਹ ਗੱਲ ਮਨ ਦੇ ਵਿੱਚ ਘਰ ਘਰ ਗਈ, ਚੰਗੀ ਤਰ੍ਹਾਂ ਵਿਚਾਰ ਲਈ, ਗੁਰੂ ਦੇ ਅੱਗੇ ਅਰਦਾਸ ਕਰ ਲਈ ਅਤੇ ਬੈਠ ਗਿਆ। ਫਿਰ ਅਰਦਾਸ ਕਰਕੇ ਸੋਚਦਾ ਰਿਹਾ ਕਿੰਨਾ ਚਿਰ ਕਿਹੜੇ ਰਸਤੇ 'ਤੇ ਚੱਲ ਪਿਆ, ਇਸ ਤਰ੍ਹਾਂ ਨਹੀਂ ਸੀ ਚਾਹੀਦਾ, ਜੀਵਨ ਵਿਕਾਰੀ ਹੋ ਗਿਆ। ਬੱਚੇ ਸਮਝਾ ਰਹੇ ਆ, ਤੈਨੂੰ ਸਮਝਣਾ ਚਾਹੀਦਾ। ਇੱਦਾਂ ਕਰਦਿਆਂ ਕਰਦਿਆਂ ਮਨ ਨੇ ਪਲਟਾ ਖਾਧਾ। ਉਹ ਗੁਰਸਿੱਖ ਕਹਿੰਦਾ ਹੈ, ਹੁਣ ਸ਼ਬਦ ਮੈਂ ਗੁਰਸਿੱਖ ਵਰਤਾਂ, ਪਹਿਲਾਂ ਮੈਂ ਮਨੁੱਖ ਵਰਤਿਆ ਸੀ। ਉਹ ਫਿਰ ਗੁਰਸਿੱਖ ਹੋ ਗਿਆ। ਗੁਰਸਿੱਖ ਹੋ ਕੇ ਫਿਰ ਕਹਿੰਦਾ ਗੁਰੂ ਦੀ ਮੱਤ ਜੋ ਧਾਰਨ ਕਰ ਲਈ। ਕਹਿੰਦਾ ਜਦੋਂ ਮੈਂ ਗੁਰਦੁਆਰੇ 'ਚੋਂ ਨਿਕਲਿਆ ਅਤੇ ਉਹ ਜਿਹੜੀ ਪੂੜੀ ਮੈਂ ਤੰਬਾਕੂ ਦੀ ਇੱਟ ਥੱਲੇ ਰੱਖੀ ਸੀ, ਮੈਨੂੰ ਉਹ ਵੀ ਭੁੱਲ ਗਈ ਕਿ ਮੈਂ ਵੀ ਲੈਣੀ। ਅਤੇ ਕਹਿੰਦਾ ਜਦੋਂ ਮੈਂ ਘਰ ਗਿਆ, ਮੈਨੂੰ ਯਾਦ ਆਇਆ ਮੈਂ ਤੰਬਾਕੂ ਦੀ ਪੂੜੀ ਕਿਸੇ ਇੱਟ ਦੇ ਥੱਲੇ ਰੱਖ ਕੇ ਆਇਆ ਸੀ। ਅਤੇ ਕਹਿੰਦਾ ਮੈਂ ਫਿਰ ਦੋਵੇਂ ਹੱਥ ਜੋੜ ਕੇ ਸ਼ੁਕਰਾਨਾ ਕੀਤਾ, ਮਹਾਰਾਜ ਆਪ ਜੀ ਨੇ ਬੜੀ ਕਿਰਪਾ ਕੀਤੀ, ਹੁਣ ਮੈਂ ਹੱਥ ਵੀ ਨਾ ਲਾਵਾਂ। ਉਸ ਤੋਂ ਬਾਅਦ ਕਹਿੰਦਾ ਨਾ ਮੈਨੂੰ ਕਦੀ ਉਸ ਤੰਬਾਕੂ ਦੀ ਤੋਟ ਵੱਜੀ, ਨਾ ਉਸ ਤੋਂ ਬਾਅਦ ਕਹਿੰਦਾ ਕਦੀ ਮੈਂ ਤੰਬਾਕੂ ਵੱਲ ਝਾਕਿਆ। ਐਸੀ ਗੁਰੂ ਦੀ ਕਿਰਪਾ ਹੋਈ ਕਿ ਮੇਰਾ ਜੀਵਨ ਹੀ ਬਦਲ ਗਿਆ, ਫਿਰ ਅੰਮ੍ਰਿਤਧਾਰੀ ਹੋ ਗਿਆ ਮੈਂ। ਸੋ ਸਾਧ ਸੰਗਤ, ਸਤਿਗੁਰੂ ਕਹਿੰਦੇ ਆ ਕਿ ਕਹੋ ਨਾਨਕ ਪ੍ਰਭ ਬਿਰਧ ਪਛਾਨੋ, ਤਬ ਹੋਂ ਪਤਿਤ ਤਰੁ। ਇਹ ਗੱਲ ਗੁਰੂ ਦੇ ਅੱਗੇ ਮੰਨ ਲਈਏ ਕਿ ਮਹਾਰਾਜ ਅਸੀਂ ਪਤਿਤ ਹਾਂ, ਅਸੀਂ ਵਿਕਾਰੀ ਹਾਂ। ਜੀਵਨ ਦੇ ਵਿੱਚ ਜੇ ਨਹੀਂ ਨਾ ਕਿਤੇ ਵੀ ਮਨ ਦੇ ਵਿੱਚ ਇਹ ਗੱਲ ਆਉਂਦੀ ਕਿ ਮੈਂ ਵਿਕਾਰੀ ਨਹੀਂ, ਮੈਂ ਤਾਂ ਚੰਗਾ, ਕਿਉਂਕਿ ਮਨੁੱਖ ਭੁਲੇਖੇ ਦੇ ਵਿੱਚ ਹੈ। ਮਨੁੱਖ ਕਹਿੰਦਾ ਮੈਂ ਬਹੁਤ ਚੰਗਾ ਹਾਂ, ਪਰ ਜਿਸ ਦਿਨ ਇਹ ਮੰਨ ਲਵੇ, ਗੁਰੂ ਅੱਗੇ ਮੰਨਣਾ ਗੁਰੂ ਅੱਗੇ ਹੁੰਦਾ ਹੈ। ਅਤੇ ਜਦੋਂ ਗੁਰੂ ਦੇ ਅੱਗੇ ਮਨੁੱਖ ਇਹ ਗੱਲ ਮੰਨ ਲਵੇ ਕਿ ਮੈਂ ਵਿਕਾਰੀ ਹਾਂ, ਮੈਂ ਕ੍ਰੋਧੀ ਹਾਂ, ਮੈਂ ਕਾਮੀ ਹਾਂ, ਜਿਹੜਾ ਵੀ ਵਿਕਾਰ ਹੈਗਾ ਮਨ 'ਚ, ਅਤੇ ਜਦੋਂ ਮੰਨ ਲੈਂਦਾ ਹੈ ਮਨੁੱਖ, ਤਬ ਹੋਂ ਪਤਿਤ ਤਰੁ, ਫਿਰ ਉਹ ਪਤਿਤ ਵੀ ਤਰ ਜਾਂਦਾ। ਫਿਰ ਉਹ ਕਹਿੰਦਾ ਗੁਰੂ ਜੀ ਤੁਹਾਡਾ ਹੀ ਬਿਰਧ ਹੈ, ਸਰੀਰ ਤੁਹਾਡਾ ਦਿੱਤਾ ਹੈ, ਜੀਵ ਆਤਮਾ ਤੁਹਾਡੀ ਹੈ, ਤੁਸੀਂ ਇਸ ਸਰੀਰ 'ਚ ਵੱਸਦੇ ਹੋ, ਕਿਰਪਾ ਕਰਕੇ ਆਪਣੇ ਬਿਰਧ ਨੂੰ ਪਛਾਣੋ, ਅਤੇ ਤੁਸੀਂ ਆਪਣੇ ਬਿਰਧ ਦੀ ਲਾਜ ਰੱਖਣ ਵਾਲੇ ਹੋ। ਤਬ ਹੋਂ ਪਤਿਤ ਤਰੁ, ਕਿਰਪਾ ਕਰਕੇ ਮੈਨੂੰ ਪਤਿਤ ਨੂੰ ਵੀ ਤਾਰ ਲਓ। ਹੱਥ ਜੋੜ ਕੇ ਅਰਦਾਸ ਕਰੀਏ, ਹੇ ਸਤਿਗੁਰੂ, ਜਿਵੇਂ ਦਾਸ ਵਾਹਿਗੁਰੂ ਭੱਟ ਨਲ ਜੀ ਨੇ ਕੀਤੀ ਹੈ। ਅਬ ਰਾਖੋ ਦਾਸ ਭਾਟ ਕੀ ਲਾਜ, ਜੈਸੀ ਰਾਖੀ ਲਾਜ ਭਗਤ ਪ੍ਰਹਿਲਾਦ ਕੀ, ਹਰਨਾਕਸ਼ ਫਾਰੇ ਕਰ ਆਜ। ਫੁਨ ਦ੍ਰੋਪਦੀ ਰਾਜ ਰਖੀ ਹਰ ਪ੍ਰਭ ਜੀ, ਸ਼ੀਣਤ ਬਸਤਰ ਦੀਨ ਬਹੁ ਸਾਜ। ਸੋ ਦਾਮਾ ਅਪਦਾਤੇ ਰਾਖਿਆ, ਗਣਕਾ ਪੜਤ ਪੂਰੇ ਤੇ ਕਾਜ। ਸ਼੍ਰੀ ਸਤਿਗੁਰੂ ਸੋ ਪ੍ਰਸੰਨ ਕਲਯੁਗ ਹੋਏ, ਰਾਖੋ ਦਾਸ ਭਾਟ ਕੀ ਲਾਜ। ਸਤਿਗੁਰੂ ਜੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ, ਤੁਸੀਂ ਕਲਯੁਗ ਦੇ ਅਵਤਾਰ ਹੋ। ਤੁਸੀਂ ਕਲਯੁਗ ਦੇ ਵਿੱਚ ਸਾਡੇ ਉੱਤੇ ਪ੍ਰਸੰਨ ਹੋ ਕੇ ਸਾਡੀ ਵੀ ਲਾਜ ਰੱਖਣੀ ਕਰੋ। ਜਿਹੜਾ ਮਨੁੱਖ ਗੁਰੂ ਅੱਗੇ ਇਸ ਤਰ੍ਹਾਂ, ਜਿਸ ਤਰ੍ਹਾਂ ਸਤਿਗੁਰਾਂ ਨੇ ਅੱਜ ਕਿਹਾ ਹੈ ਕਿ ਅਬ ਮੈਂ ਕੌਣ ਉਪਾਉ ਕਰੂੰ, ਜਿਵੇਂ ਹੱਥ ਜੋੜ ਕੇ ਗੁਰੂ ਅੱਗੇ ਅਰਦਾਸ ਕਰੀਏ ਨੇ, ਮਹਾਰਾਜ ਕਿਹੜਾ ਉਪਾਅ ਕਰੀਏ, ਅਸੀਂ ਵਿਕਾਰੀ ਹਾਂ, ਕਾਮੀ ਹਾਂ, ਕ੍ਰੋਧੀ ਹਾਂ, ਮਨ ਦੇ ਸੰਸੇ ਸਾਡੇ ਖਤਮ ਨਹੀਂ ਹੁੰਦੇ। ਮਨ ਕਰਕੇ, ਬਚਨ ਕਰਕੇ, ਕਰਮ ਕਰਕੇ ਤੁਹਾਨੂੰ ਆਰਾਧਦੇ ਨਹੀਂ ਆ। ਗੁਰਮਤਿ ਸੁਣ ਵੀ ਲੈਂਦੇ ਹਾਂ, ਸੰਗਤ ਕਰ ਵੀ ਲੈਂਦੇ ਹਾਂ, ਨਾਮ ਜਪ ਵੀ ਲੈਂਦੇ ਹਾਂ, ਬਾਣੀ ਪੜ੍ਹ ਵੀ ਲੈਂਦੇ ਹਾਂ, ਕੀਰਤਨ ਸਰਵਣ ਕਰ ਵੀ ਲੈਂਦੇ ਹਾਂ, ਪਰ ਮਹਾਰਾਜ ਕਦੀ ਵੀ ਅਸੀਂ ਇਹਨੂੰ ਹਿਰਦੇ 'ਚ ਵਸਾਉਂਦੇ ਨਹੀਂ, ਗਿਆਨ ਉਪਜਦਾ ਹੀ ਨਹੀਂ, ਅਤੇ ਪਸ਼ੂਆਂ ਦੀ ਤਰ੍ਹਾਂ ਅਸੀਂ ਜਿਹੜਾ ਹੈ ਸਾਡਾ ਜੀਵਨ ਹੋ ਗਿਆ। ਇਹ ਗੱਲ ਗੁਰੂ ਅੱਗੇ ਮੰਨ ਲਈਏ, ਅਤੇ ਜਦੋਂ ਗੁਰੂ ਅੱਗੇ ਮੰਨ ਲਵਾਂਗੇ, ਫਿਰ ਗੁਰੂ ਆਪਣਾ ਬਿਰਧ ਪਛਾਣ ਲੈਂਦਾ ਹੈ। ਫਿਰ ਪਤਾ ਹੁੰਦਾ ਹੈ ਗੁਰੂ ਨੂੰ ਕਿ ਇਹਦੀ ਰੱਖਿਆ ਕਰਨੀ। ਫਿਰ ਆਪਣਾ ਬਿਰਧ ਸਤਿਗੁਰੂ ਪਛਾਣ ਕੇ ਆਪਣੇ ਲੜ ਲਾ ਲੈਂਦਾ ਹੈ। ਤਬ ਹੋਂ ਪਤਿਤ ਤਰੁ, ਫਿਰ ਮਨੁੱਖ ਕਹਿ ਦਿੰਦਾ ਹੈ ਪਰਮੇਸ਼ਰ, ਕਿਉਂਕਿ ਪਤਿਤ ਪਾਵਨ ਪ੍ਰਭ ਤੇਰੋ ਨਾਉ, ਪੂਰਵ ਕਰਮ ਲਿਖੇ ਗੁਣ ਗਾਓ। ਪਰਮੇਸ਼ਰ ਦਾ ਨਾਮ ਪਤਿਤ ਪਾਵਨ ਹੈ, ਪਤਿਤਾਂ ਨੂੰ ਪਵਿੱਤਰ ਕਰਨ ਵਾਲਾ ਹੈ। ਜੇ ਮਨੁੱਖ ਆਪਣੇ ਜੀਵਨ ਸੇ ਇਸ ਗੱਲ ਨੂੰ ਧਾਰਨ ਕਰ ਲਵੇ ਕਿ ਇਹ ਪਰਮੇਸ਼ਰ, ਜੋ ਪੈ ਹਮਨਾ ਪਾਪ ਕਰੰਤਾ, ਆਹੇ ਅਨੰਤਾ ਪਤਿਤ ਪਾਵਨ ਨਾਮ ਕੈਸੇ ਹੰਤਾ। ਜੇ ਅਸੀਂ ਪਾਪ ਹੀ ਨਾ ਕਰਦੇ, ਹੇ ਵਾਹਿਗੁਰੂ ਜੀ, ਹੇ ਪਰਮੇਸ਼ਰ ਜੀ, ਤੁਹਾਡਾ ਨਾਮ ਪਤਿਤ ਪਾਵਨ ਕਿੰਨੇ ਰੱਖਣਾ ਸੀ, ਕਿਉਂਕਿ ਜੇ ਅਸੀਂ ਪਾਪ ਕਰਦੇ ਹਾਂ ਤਾਂ ਤੁਸੀਂ ਸਾਨੂੰ ਪਵਿੱਤਰ ਵੀ ਕਰਦੇ ਹੋ। ਇਸ ਕਰਕੇ ਗੁਰੂ ਅੱਗੇ ਅਰਦਾਸ ਕਰੀਏ ਕਿ ਗੁਰੂ ਜੀ ਅਸੀਂ ਪਤਿਤ ਹਾਂ, ਅਤੇ ਸਾਡੇ ਜੀਵਨ ਦੇ ਵਿੱਚ ਕੋਈ ਵੀ ਐਸਾ ਗੁਣ ਨਹੀਂ ਜਿਹਦੇ ਨਾਲ ਅਸੀਂ ਕਿਸੇ ਦਾ ਭਲਾ ਕੀਤਾ ਹੋਵੇ, ਕਦੀ ਅਸੀਂ ਨਾਮ ਜਪਿਆ ਹੋਵੇ, ਪਰ ਇੰਨਾ ਕੁ ਸਾਨੂੰ ਪਤਾ ਹੈ ਕਿ ਤੁਸੀਂ ਆਪਣੇ ਬਿਰਧ ਦੀ ਲਾਜ ਰੱਖਦੇ, ਅਤੇ ਜੇ ਤੁਸੀਂ ਬਿਰਧ ਦੀ ਲਾਜ ਰੱਖਦੇ ਹੋ, ਤਬ ਹੋਂ ਪਤਿਤ ਤਰੁ, ਫਿਰ ਅਸੀਂ ਪਤਿਤ ਵੀ ਤਰ ਜਾਵਾਂਗੇ।
ਜਦੋਂ ਤੁਸੀਂ ਸਾਡੇ ਉੱਤੇ ਕਿਰਪਾ ਕਰੋਗੇ। ਸੋ ਸਤਿਗੁਰਾਂ ਨੇ ਰਹਿਮਤ ਕੀਤੀ ਹੈ ਪਾਵਨ ਸ਼ਬਦ ਦੇ ਅੰਦਰ। ਸਤਿਗੁਰਾਂ ਨੇ ਮਿਹਰ ਕੀਤੀ ਹੈ ਕਿ ਮਨੁੱਖ ਦੇ ਅੰਦਰ ਡਰ ਦੋਖਲਾ ਸੰਸਾ ਬਹੁਤ ਵੱਡਾ ਹੈ, ਮੌਤ ਦਾ ਡਰ ਬਹੁਤ ਵੱਡਾ ਹੈ, ਵਿਕਾਰਾਂ ਦਾ ਡਰ ਬਹੁਤ ਵੱਡਾ ਹੈ। ਪਰ ਇਹ ਬਦਲੇਗਾ ਕਿਵੇਂ, ਜੀਵਨ ਬਦਲੇਗਾ ਕਿਵੇਂ? ਜਦੋਂ ਗੁਰੂ ਦੀ ਸ਼ਰਨ ਆ ਜਾਵਾਂਗੇ, ਜਦੋਂ ਗੁਰੂ ਅੱਗੇ ਅਰਦਾਸ ਕਰਾਂਗੇ। ਸੋ ਅਰਦਾਸ ਕਰਿਆ ਕਰੀਏ ਸਤਿਗੁਰੂ ਰਹਿਮਤ ਕਰਨ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਸਤਿਗੁਰੂ ਅਤੇ ਸੰਗਤ ਬਖਸ਼ਣਹਾਰ ਹੈ, ਬਖਸ਼ ਲੈਣਾ ਜੀ। ਧਨਾਸਰੀ ਰਾਗ ਦੇ ਸ਼ਬਦਾਂ ਦੀ ਇੱਥੇ ਸਮਾਪਤੀ ਹੈ। ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।